ਇਲੈਕਟ੍ਰੋਸਟੈਟਿਕ ਦੇ ਵਿੱਚ ਆਪਾਂ ਇਹ ਪੜ੍ਹਿਆ ਸੀ ਵੀ ਚਾਰजेस ਰੈਸਟ ਤੇ ਨੇ ਤਾਂ ਉਹ ਕੀ ਕਰਦੇ ਆ। ਕੂਲਮਜ਼ ਲਾ 'ਚ ਆਪਾਂ ਪੜ੍ਹਿਆ ਸੀ ਫੋਰਸ ਲਾਉਂਦੇ ਆ ਕਿਸੇ ਦੂਸਰੇ ਚਾਰਜ ਦੇ ਉੱਤੇ। ਫਿਰ ਕਿਸੇ ਜਗ੍ਹਾ ਦੇ ਉੱਤੇ ਇੱਕ ਚਾਰਜ ਪਿਆ ਤਾਂ ਉਹ ਆਪਣੇ ਆਲੇ ਦੁਆਲੇ ਇਲੈਕਟ੍ਰਿਕ ਫੀਲਡ ਜਨਰੇਟ ਕਰਦਾ, ਦੂਸਰੇ ਚਾਰजेस ਨੂੰ ਫੋਰਸ ਫੀਲ ਕਰਾਉਂਦਾ ਆਪਣੀ ਵਿਸਿਨਿਟੀ ਦੇ ਵਿੱਚ। ਫਿਰ ਆਪਾਂ ਇਹ ਪੜ੍ਹਿਆ ਸੀ ਵੀ ਜੇਕਰ ਆਪਾਂ ਕਿਸੇ ਚਾਰਜ ਦੀ ਪ੍ਰੈਜ਼ੈਂਸ ਦੇ ਵਿੱਚ ਕਿਸੇ ਹੋਰ ਚਾਰਜ ਨੂੰ ਚੱਕ ਕੇ ਲਿਆਈਏ ਤਾਂ ਵਰਕ ਡਨ ਇਲੈਕਟ੍ਰਿਕ ਪੋਟੈਂਸ਼ੀਅਲ ਹੁੰਦਾ। ਉਦੋਂ ਬਾਅਦ ਆਪਾਂ ਇਹ ਪੜ੍ਹਿਆ ਸੀ ਵੀ ਕਿਸੇ ਪਲੇਟ ਦੇ ਉੱਤੇ ਇਲੈਕਟ੍ਰਿਕ ਚਾਰਜ ਹੋਵੇ ਤਾਂ ਉਹਦੇ ਨਾਲ ਇੱਕ ਆਪਾਂ ਅਨਚਾਰਜਡ ਪਲੇਟ ਲੈ ਕੇ ਆਈਏ ਤਾਂ ਇਸ ਅਸੈਂਬਲੀ ਨੂੰ ਅਸੀਂ ਇਲੈਕਟ੍ਰੀਕਲ ਕਪੈਸਿਟੈਂਸ ਕਹਿ ਦਿੰਦੇ ਹਾਂ। ਗੌਸਿਸ ਥਿਊਰਮ ਦੇ ਨਾਲ ਆਪਾਂ ਇਲੈਕਟ੍ਰਿਕ ਫੀਲਡ ਫਾਈਂਡ ਕੀਤਾ। ਸੋ ਇਹ ਸਾਰੀਆਂ ਪ੍ਰੋਪਰਟੀਜ਼, ਇਹ ਸਾਰੀਆਂ ਗੱਲਾਂ ਉਦੋਂ ਪੜ੍ਹੀਆਂ ਜਦੋਂ ਚਾਰਜ ਜਿਹੜਾ ਸਾਡਾ ਰੈਸਟ 'ਤੇ ਸੀ, ਚੱਲਦਾ ਨਹੀਂ ਸੀ, ਤੁਰਦਾ ਨਹੀਂ ਸੀ, ਮੂਵ ਨਹੀਂ ਸੀ ਕਰਦਾ। ਅੱਜ ਜਿਹੜਾ ਆਪਾਂ ਟੌਪਿਕ ਪੜ੍ਹਨ ਜਾ ਰਹੇ ਹਾਂ ਕਰੰਟ ਇਲੈਕਟ੍ਰੀਸਿਟੀ, ਇਹਦੇ ਵਿੱਚ ਅਸੀਂ ਉਹ ਸਾਰੇ ਕੰਮ ਪੜ੍ਹਾਂਗੇ, ਉਹ ਸਾਰੀ ਪ੍ਰੋਪਰਟੀਜ਼ ਪੜ੍ਹਾਂਗੇ ਚਾਰਜ ਦੀਆਂ ਜਦੋਂ ਚਾਰਜ ਆ ਜਿਹੜਾ ਉਹ ਚੱਲਣ ਲੱਗ ਜੇ। ਹੁਣ ਚਾਰਜ ਚੱਲਦਾ ਕਿੱਥੇ ਆ, ਚਾਰਜ ਹੁੰਦਾ ਕਿੱਥੇ ਆ, ਇਹ ਪਹਿਲਾਂ ਥੋੜ੍ਹਾ ਜਿਹਾ ਦੇਖ ਲਈਏ। ਸਾਰੀਆਂ ਚੀਜ਼ਾਂ ਜਿੰਨੀਆਂ ਵੀ ਆਪਾਂ ਅੱਖਾਂ ਨਾਲ ਦੇਖ ਸਕਦੇ ਹਾਂ ਇਸ ਧਰਤੀ ਦੇ ਉੱਤੇ ਜਾਂ ਯੂਨੀਵਰਸ ਦੇ ਵਿੱਚ, ਉਹ ਸਾਰੀਆਂ ਐਟਮਸ ਦੀਆਂ ਬਣੀਆਂ ਹੋਈਆਂ ਨੇ ਅਤੇ ਐਟਮਸ ਦੇ ਅੰਦਰਲੇ ਪਾਸੇ ਨਿਊਕਲੀਅਸ ਦੇ ਵਿੱਚ ਪ੍ਰੋਟੋਨ ਅਤੇ ਨਿਊਟਰੋਨ ਨੇ ਜਿਹੜੇ ਕਿ ਕਦੇ ਮੂਵ ਨਹੀਂ ਕਰਦੇ। ਸੈਕੰਡਲੀ ਉਹਨਾਂ ਦੇ ਬਾਹਰਲੇ ਪਾਸੇ ਫਿਕਸਡ ਔਰਬਿਟਸ ਦੇ ਵਿੱਚ ਇਲੈਕਟ੍ਰੋਨ ਮੂਵ ਕਰਦੇ ਨੇ। ਉਹ ਸਾਨੂੰ ਪਤਾ, ਰਦਰਫੋਰਡ ਨੇ ਸਾਨੂੰ ਐਕਸਪੈਰੀਮੈਂਟਸ ਕਰਕੇ ਦੱਸਿਆ। ਉਸ ਤੋਂ ਬਾਅਦ ਬੋਹਰ ਨੇ ਸਾਨੂੰ ਦੱਸਿਆ ਵੀ ਕਿੱਥੇ ਕਿੱਥੇ ਹੋ ਸਕਦੇ ਆ। ਪੌਲੀਜ਼ ਐਕਸਕਲੂਜਰ ਪ੍ਰਿੰਸੀਪਲ ਪੜ੍ਹਿਆ, ਹਾਈਜ਼ਨਬਰਗ ਅਨਸਰਟੇਨਟੀ ਪ੍ਰਿੰਸੀਪਲ ਪੜ੍ਹਿਆ। ਤਾਂ ਹੁਣ ਅਸੀਂ ਇਹ ਦੇਖਾਂਗੇ ਵੀ ਜਿਹੜੇ ਚਾਰजेस, ਜਿਹੜੇ ਇਲੈਕਟ੍ਰੋਨਸ ਨੇ ਉਹ ਮੂਵ ਕਿੱਥੇ ਕਰਦੇ ਆ। ਨਾਓ ਕੰਸੀਡਰ ਕਰੀਏ ਵੀ ਜਦੋਂ ਮੈਟਲਸ ਨੇ ਜਿਹੜੀਆਂ ਅਸੀਂ ਇਹ ਪੜ੍ਹ ਚੁੱਕੇ ਹਾਂ ਆਲਰੇਡੀ ਵੀ ਸਬਸਟੈਂਸਿਸ ਨੂੰ ਆਪਾਂ 3 ਸ਼੍ਰੇਣੀਆਂ 'ਚ ਵੰਡ ਸਕਦੇ ਹਾਂ, ਮੈਟਲਸ, ਨੋਨ ਮੈਟਲਸ ਜਾਂ ਇਨਸੂਲੇਟਰਸ ਜਾਂ ਸਾਡੇ ਸੈਮੀ ਕੰਡਕਟਰਸ ਜਿਹੜੇ ਵਿੱਚ ਆਉਂਦੇ ਆ, ਗੈਸਸ ਵਗੈਰਾ, ਉਹ ਸਾਰੀਆਂ ਤੁਸੀਂ ਪੜ੍ਹੀਆਂ ਹੋਈਆਂ। ਅਤੇ ਹੁਣ ਅਸੀਂ ਇਹ ਦੇਖਦੇ ਹਾਂ ਵੀ ਮੈਟਲਸ ਦੇ ਵਿੱਚ ਚਾਰजेस ਕਿਵੇਂ ਮੂਵ ਕਰਦੇ ਆ, ਕਿਉਂ ਮੂਵ ਕਰਨ ਲੱਗ ਜਾਂਦੇ ਆ। ਹੁਣ ਮੈਟਲਸ ਦੇ ਵਿੱਚ ਫ੍ਰੀ ਇਲੈਕਟ੍ਰੋਨਸ ਹੁੰਦੇ ਆ ਜਿਹੜੇ ਇਲੈਕਟ੍ਰੀਸਿਟੀ ਵੀ ਕੰਡਕਟ ਕਰਦੇ ਆ, ਹੀਟ ਵੀ ਕੰਡਕਟ ਕਰਦੇ ਆ ਅਤੇ ਹੋਰ ਬੜਾ ਕੁਛ ਕਰਦੇ ਆ। ਉਹਨਾਂ ਜਦੋਂ ਤੁਰਦੇ ਆ ਤਾਂ ਆਲੇ ਦੁਆਲੇ ਮੈਗਨੈਟਿਕ ਫੀਲਡ ਵੀ ਆ ਜਾਂਦਾ। ਮੈਟਲਸ ਦੇ ਵਿੱਚ ਐਟਮਸ ਇੰਨੇ ਕਲੋਜ਼ਲੀ ਪੈਕਡ ਹੁੰਦੇ ਆ ਵੀ ਜਿਹੜੇ ਉਹ ਐਟਮਸ ਦੇ ਇਲੈਕਟ੍ਰੋਨ ਨੇ ਉਹ ਸਾਰੇ ਆਊਟਰ ਸ਼ੈੱਲ ਵਾਲੇ ਇਲੈਕਟ੍ਰੋਨ, ਉਹ ਇੱਕ ਕਿਸਮ ਦਾ ਫ੍ਰੀ ਇਲੈਕਟ੍ਰੋਨ ਕਲਾਊਡ ਬਣ ਜਾਂਦਾ। ਦੇ ਜਸਟ ਮੂਵ ਲਾਈਕ ਏ ਗੈਸ ਇਨਸਾਈਡ ਏ ਮੈਟਲ, ਮੈਟਲ ਨੂੰ ਲੀਵ ਨਹੀਂ ਕਰ ਸਕਦੇ। ਹੁਣ ਜਿੰਨੀ ਦੇਰ ਤੱਕ ਇੱਕ ਮੈਟਲ ਦਾ ਟੁਕੜਾ, ਇੱਕ ਪੀਸ, ਕਿਸੇ ਤਾਰ ਦਾ ਟੁਕੜਾ ਸਾਡੇ ਕੋਲ ਹੈਗਾ, ਉਹਦੇ ਵਿੱਚ ਇਲੈਕਟ੍ਰੋਨ ਫ੍ਰੀਲੀ ਮੂਵ ਕਰਦੇ ਆ। ਜਿੰਨੇ ਕੁ ਇਲੈਕਟ੍ਰੋਨ ਇੱਧਰਲੇ ਪਾਸੇ ਨੂੰ ਜਾਂਦੇ ਆ ਉਨੇ ਕੀ ਇੱਧਰ ਨੂੰ ਜਾਂਦੇ ਆ, ਜਿੰਨੇ ਕੁ ਉੱਪਰ ਨੂੰ ਜਾਂਦੇ ਉਨੇ ਕੀ ਥੱਲੇ ਨੂੰ ਜਾਂਦੇ ਆ। ਪਰ ਨੈਟ ਫਲੋ ਆਫ ਦੀ ਚਾਰਜ ਆ ਜਿਹੜਾ ਉਹ 0 ਬਣਦਾ। ਤਾਂ ਇਸ ਕਰਕੇ ਜਦੋਂ ਕਿਸੇ ਮੈਟਲ ਵਾਇਰ ਦੇ ਐਕਸਟਰਨਲ ਐਂਡਸ ਦੇ ਉੱਤੇ ਕੋਈ ਪੋਟੈਂਸ਼ੀਅਲ ਡਿਫਰੈਂਸ ਨਹੀਂ ਹੈ, ਉਨੀ ਦੇਰ ਤੱਕ ਉਹਦਾ ਜਿਹੜਾ ਚਾਰਜ ਆ, ਉਹਦਾ ਜਿਹੜਾ ਕਰੰਟ ਆ ਉਹ 0 ਹੋ ਜਾਂਦਾ। ਬਟ ਵਾਟ ਹੈਪਨਸ ਵੈਨ ਵੀ ਅਪਲਾਈ ਏ ਇਲੈਕਟ੍ਰਿਕ ਫੀਲਡ। ਕਿਵੇਂ ਇਲੈਕਟ੍ਰਿਕ ਫੀਲਡ ਅਪਲਾਈ ਕਰਦੇ ਆ? ਜੇਕਰ ਮੇਰੇ ਕੋਲ ਇੱਥੇ ਇੱਕ ਮੈਟਲ ਦਾ ਪੀਸ ਹੋਵੇ ਸਿਲੰਡਰੀਕਲ, ਇਹ ਜਸਟ ਲਾਈਕ ਇੱਕ ਤਾਰ ਹੀ ਆ, ਇਹਨੂੰ ਮੈਂ ਵੱਡਾ ਕਰਕੇ ਬਣਾਇਆ ਤਾਂ ਕਿ ਤੁਹਾਨੂੰ ਈਜ਼ੀਲੀ ਸਮਝ ਲੱਗ ਜੇ। ਇੱਧਰਲੇ ਪਾਸੇ ਇਹਦੇ 2 ਸੀ ਐਂਡਸ ਛੱਡੇ ਹੋਏ ਆ, ਐਂਡ ਕਿਹੜੇ ਧੁਰੇ ਛੱਡੇ ਹੋਏ ਆ। ਹੁਣ ਕੀ ਕਰੀਏ, ਇੱਧਰਲੇ ਪਾਸੇ ਇੱਕ ਪੋਜ਼ੀਟਿਵ ਚਾਰਜਡ ਡਿਸਕ ਇੱਥੇ ਲਾ ਦੀ, ਪੋਜ਼ੀਟਿਵ ਚਾਰਜ ਡਿਸਕ ਇਨਸੂਲੇਟਰ ਮਟੀਰੀਅਲ ਦੀ, ਜਿਹਦੇ ਉੱਤੇ ਪੋਜ਼ੀਟਿਵ ਚਾਰਜ ਹੋਵੇ। ਕੋਈ ਡਾਇਲੈਕਟ੍ਰਿਕ ਹੋ ਸਕਦਾ, ਕਿਸੇ ਡਾਇਲੈਕਟ੍ਰਿਕ ਨੂੰ ਚਾਰਜ ਕੀਤਾ, ਉਹਨੂੰ ਇੱਧਰਲੇ ਪਾਸੇ ਲਾਤਾ। ਇੱਧਰਲੇ ਪਾਸੇ ਇੱਕ ਡਾਇਲੈਕਟ੍ਰਿਕ ਲਾਤਾ ਜਿਹਦੇ ਉੱਤੇ ਨੈਗੇਟਿਵਲੀ ਚਾਰਜਡ ਆ, ਇੱਕ ਪਲੇਟ ਇੱਧਰਲੇ ਪਾਸੇ ਪਾਤੀ ਇਹਦੇ ਥਰੂ, ਤੋ ਇਹਦੇ ਉੱਤੇ ਨੈਗੇਟਿਵ ਚਾਰਜ ਆ। ਕੀ ਹੋਏਗਾ? ਇੱਧਰਲੇ ਪੋਜ਼ੀਟਿਵ ਚਾਰਜ ਅਤੇ ਇੱਧਰਲੇ ਨੈਗੇਟਿਵ ਚਾਰਜ ਕਰਕੇ ਦੇਰ ਵਿਲ ਬੀ ਏ ਇਲੈਕਟ੍ਰਿਕ ਫੀਲਡ ਬਿਟਵੀਨ ਦੀਜ਼ ਪਲੇਟਸ। ਕਿੱਧਰ ਨੂੰ ਹੋਏਗਾ? ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਪੋਜ਼ੀਟਿਵ ਟੂ ਨੈਗੇਟਿਵ ਹੋਏਗੀ। ਹੁਣ ਜਦੋਂ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਇੱਧਰ ਨੂੰ ਲੱਗ ਗਈ, ਵਿਚਾਲੇ ਮੈਟਲ ਦਾ ਪੀਸ ਪਿਆ, ਮੈਟਲ ਦੇ ਵਿੱਚ ਫ੍ਰੀ ਇਲੈਕਟ੍ਰੋਨ ਨੇ, ਤਾਂ ਇਲੈਕਟ੍ਰੋਨ ਆ ਜਿਹੜੇ ਉਹ ਕਿੱਧਰ ਨੂੰ ਜਾਣਗੇ? ਇਲੈਕਟ੍ਰੋਨਸ ਵਿਲ ਟੈਂਡ ਟੂ ਮੂਵ ਟੂਵਰਡਸ ਦੀ ਪੋਜ਼ੀਟਿਵ ਪਲੇਟ। ਹੁਣ ਜਿਉਂ ਸਾਰੇ ਇਲੈਕਟ੍ਰੋਨ ਇੱਧਰ ਨੂੰ ਮੂਵ ਕਰਨਾ ਸਟਾਰਟ ਕਰਦੇ ਆ, ਦੇ ਕੌਨਸਟੀਟਿਊਟ ਏ ਕਰੰਟ I
ਜਿਹਨੂੰ ਅਸੀਂ ਕਹਿੰਦੇ ਆ ਚਾਰਜ ਪਰ ਯੂਨਿਟ ਟਾਈਮ। ਜਿੰਨੀ ਦੇਰ ਮੂਵ ਕਰਦੇ ਆ ਭਾਵੇਂ ਇਹ ਇੱਧਰ ਆ ਕੇ ਨਿਊਟਰਲਾਈਜ਼ ਹੋ ਜਾਂਦੇ ਆ ਪੋਜ਼ਿਟਿਵ ਪਲੇਟ ਦੇ ਨਾਲ ਟੱਚ ਕਰਕੇ, ਤੇ ਪਰ ਜਿੰਨੀ ਦੇਰ ਇਹ ਮੂਵ ਕੀਤੇ, ਜਿੰਨੇ ਥੋੜ੍ਹੇ ਟਾਈਮ ਲਈ ਮੂਵ ਕੀਤੇ, ਉਹਨੂੰ ਅਸੀਂ ਕੀ ਕਹਿ ਦਿੰਦੇ ਆ ਇਲੈਕਟ੍ਰਿਕ ਕਰੰਟ। ਤੇ ਇਲੈਕਟ੍ਰਿਕ ਕਰੰਟ ਦੀ ਯੂਨਿਟ ਆ ਜਿਹੜੀ ਸਾਡੇ ਕੋਲੇ ਕੂਲਮ ਪਰ ਸੈਕਿੰਡ ਤੁਸੀਂ ਲਿਖ ਸਕਦੇ ਹੋ, ਔਰ ਇਟ ਇਜ਼ ਕਾਲਡ ਐਂਪੀਅਰ ਬਾय ਦੀ ਨੇਮ ਆਫ ਦੀ ਸਾਇੰਟਿਸਟ। ਕੈਪੀਟਲ ਏ ਵੀ ਪਾ ਸਕਦੇ ਹੋ, ਛੋਟੀ ਏ ਦੇ ਨਾਲ ਪੂਰਾ ਨਾਮ ਵੀ ਲਿਖ ਸਕਦੇ ਹੋ। ਹੁਣ ਇਹ ਹੋ ਗਿਆ ਸਾਡਾ ਇਲੈਕਟ੍ਰਿਕ ਕਰੰਟ। ਹੁਣ ਅਸੀਂ ਆਈਏ ਨੈਕਸਟ ਸਾਡਾ ਜੋ ਮੇਨ ਇੰਪੋਰਟੈਂਟ ਟੌਪਿਕ ਆ, ਤੁਸੀਂ ਛੋਟੀਆਂ ਕਲਾਸਾਂ ਤੋਂ ਪੜ੍ਹਦੇ ਆ ਰਹੇ ਹੋ, ਓਮਸ ਲਾ। GS ਓਮ, ਜਾਰਜ ਸਿਮਨ ਓਹਮ। ਇਸ ਬੰਦੇ ਨੇ ਸਾਨੂੰ ਇਹ ਦੱਸਿਆ ਵੀ ਜੇਕਰ ਕਿਸੇ ਮੈਟਲ ਦੇ ਪੀਸ ਦੇ ਆਲੇ ਦੁਆਲੇ ਟੂ ਐਂਡਸ ਦੇ ਅਕ੍ਰੋਸ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕਰਦੀ ਹੈ V, ਤੇ ਉਹਦੇ ਵਿੱਚੋਂ ਦੀ ਕਰੰਟ ਫਲੋ ਕਰਨਾ ਸਟਾਰਟ ਕਰ ਜਾਂਦਾ। ਤੇ ਜਿੰਨਾ ਤੁਸੀਂ ਪੋਟੈਂਸ਼ੀਅਲ ਡਿਫਰੈਂਸ ਵਧਾਈ ਜਾਓਗੇ ਓਨਾ ਹੀ ਜ਼ਿਆਦਾ ਕਰੰਟ ਵਧੀ ਜਾਊਗਾ। ਸੋ ਇਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਕਰੰਟ। ਇੱਕ ਗੱਲ ਦਾ ਧਿਆਨ ਰੱਖਿਓ, GS ਓਮ ਨੇ ਸਾਨੂੰ ਇਹ ਦੱਸਿਆ ਵੀ ਪੋਟੈਂਸ਼ੀਅਲ ਡਿਫਰੈਂਸ ਅਕ੍ਰੋਸ ਦੀ ਟੂ ਐਂਡਸ ਆਫ ਦੀ ਕੰਡਕਟਰ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦੀ ਕਰੰਟ ਫਲੋਇੰਗ ਥਰੂ ਦੀ ਕੰਡਕਟਰ। ਬਟ ਅਸੀਂ ਲਿਖਦੇ ਕੀ ਆ ਐਕਚੁਅਲ 'ਚ? ਕੀ ਹੁੰਦਾ ਐਕਚੁਅਲ 'ਚ? ਹੁੰਦਾ ਵੀ ਕਰੰਟ ਉਨਾ ਆਉਂਦਾ ਜਿੰਨਾ ਆਪਾਂ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕਰਦੇ ਹਾਂ, ਬਟ ਲਿਖਦੇ ਅਸੀਂ ਇਹਨੂੰ ਇੱਦਾਂ। ਹੁਣ ਜੇਕਰ ਇਹਨੂੰ ਪ੍ਰੋਪੋਰਸ਼ਨੈਲਿਟੀ ਸਾਈਨ ਅਸੀਂ ਹਟਾ ਦਈਏ, ਇਕੁਅਲ ਟੂ ਸਾਈਨ ਲਗਾ ਦਈਏ, ਤਾਂ ਦੇਅਰ ਇਜ਼ ਏ ਕੌਂਸਟੈਂਟ ਵਿਚ ਇਜ਼ ਕਾਲਡ R। R ਇਜ਼ ਦੀ ਰੈਜ਼ਿਸਟੈਂਸ ਆਫ ਦੀ ਵਾਇਰ। ਰੈਜ਼ਿਸਟੈਂਸ ਆਫ ਦੀ ਵਾਇਰ ਦਾ ਕੀ ਮਤਲਬ ਆ? ਜਦੋਂ ਇਲੈਕਟ੍ਰੋਨ ਇੱਧਰ ਨੂੰ ਜਾਣ ਲੱਗਦਾ ਪੋਜ਼ਿਟਿਵ ਚਾਰਜ ਵੱਲ ਨੂੰ, ਤਾਂ ਇਹਦੇ ਵਾਸਤੇ ਇਹ ਨਹੀਂ ਹੈਗਾ ਵੀ ਇਹ ਸਿੱਧੀ ਕੋਈ ਖੁੱਲੀ ਜਗ੍ਹਾ ਪਈ ਆ। ਇਹਨੂੰ ਰਾਹ ਦੇ ਵਿੱਚ ਪੋਜ਼ਿਟਿਵ ਨਿਊਕਲੀਅਸ ਮਿਲਣੇ ਨੇ, ਦੂਜੇ ਇਲੈਕਟ੍ਰੋਨ ਵੀ ਮਿਲਣੇ ਨੇ, ਜਿਨ੍ਹਾਂ ਦੇ ਵਿੱਚ ਇਹਨੇ ਸਟਰਾਈਕ ਕਰਨੀ ਆ। ਤਾਂ ਜੇਕਰ ਇੱਕ ਇਲੈਕਟ੍ਰੋਨ ਇੱਥੋਂ ਚੱਲਿਆ, ਇਹ ਪਹਿਲਾਂ ਇੱਧਰ ਨੂੰ ਜਾਣ ਲੱਗਦਾ, ਤਾਂ ਦੂਜੇ ਕਿਸੇ ਚਾਰਜ 'ਚ ਵੱਜਦਾ, ਤਾਂ ਉੱਥੋਂ ਇਹ ਮੁੜ ਜਾਂਦਾ ਕੋਲੀਜਨ ਕਰਕੇ, ਫਿਰ ਉੱਧਰ ਨੂੰ ਜਾਣ ਦੀ ਕੋਸ਼ਿਸ਼ ਕਰਦਾ, ਫਿਰ ਕਿਸੇ 'ਚ ਵੱਜਦਾ, ਫਿਰ ਮੁੜ ਜਾਂਦਾ। ਤੋ ਇਸ ਕਰਕੇ ਇਹਨੂੰ ਹਰੇਕ ਵਾਰੀ ਜਦੋਂ ਚੱਲਣ ਲੱਗਦਾ, ਇਟ ਹੈਜ਼ ਟੂ ਬੀਅਰ ਅ ਲੋਟ ਆਫ ਕੋਲੀਜਨਸ ਅਪ ਟੂ ਰੀਚਿੰਗ ਦੀ ਅਨਦਰ ਐਂਡ, ਫਾਰ ਰੀਚਿੰਗ ਦੀ ਅਨਦਰ ਐਂਡ। ਸੋ ਇਹ ਜਿਹੜੇ ਕੋਲੀਜਨਸ ਨੇ, ਇਹਦੇ ਰਸਤੇ ਦੇ ਵਿੱਚ ਰੁਕਾਵਟਾਂ ਨੇ। ਦੈਟ ਇਜ਼ ਦੀ ਰੈਜ਼ਿਸਟੈਂਸ ਫੈਲਟ ਬਾਏ ਐਨ ਚਾਰਜ ਪਾਰਟੀਕਲ ਟੂ ਰੀਚ ਐਟ ਦੀ ਐਂਡ ਆਫ ਏ ਕੰਡਕਟਰ। ਸੋ ਹੁਣ ਰੈਜ਼ਿਸਟੈਂਸ ਆ ਜਿਹੜੀ, ਇਹਦੇ ਯੂਨਿਟ ਨੇ ਸਾਡੇ ਕੋਲੇ ਓਮ ਨੇ ਆਪਦੇ ਨਾਂ 'ਤੇ ਰੱਖੇ ਆ, OHM। ਇਹ ਹੁਣ ਛੋਟੇ O ਨਾਲ ਲਿਖਣਾ ਪੈਣਾ। ਯੂਨਿਟ ਆ ਜਿਹੜੀ ਛੋਟੇ O ਨਾਲ, ਇਹਦਾ ਨਾਂ ਜਿਹੜਾ ਹੈਗਾ ਉਹ ਵੱਡੇ ਓਮ ਨਾਲ। ਸੋ ਔਰ ਯੂ ਮੇ ਰਾਈਟ ਇਟ ਐਜ਼ ਸਿੰਬਲ ਸਿਗਮਾ, ਕੈਪੀਟਲ ਸਿਗਮਾ। ਇਹਨੂੰ ਅਸੀਂ ਓਮ ਦਾ ਸਿੰਬਲ ਕਹਿ ਦਿੰਦੇ ਆ। ਤਾਂ ਰੈਜ਼ਿਸਟੈਂਸ ਕੀ ਬਣ ਗਈ ਸਾਡੇ ਕੋਲ? ਰੈਜ਼ਿਸਟੈਂਸ ਇਕੁਅਲ ਟੂ V/I। ਇਹਦਾ ਮਤਲਬ ਇਹ ਨਹੀਂ ਹੈ ਵੀ ਰੈਜ਼ਿਸਟੈਂਸ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਪੋਟੈਂਸ਼ੀਅਲ ਆ ਜਾਂ ਇਨਵਰਸਲੀ ਪ੍ਰੋਪੋਰਸ਼ਨਲ ਟੂ ਕਰੰਟ ਆ। ਇਟ ਇਜ਼ ਰੋਂਗ। ਇਹ ਮਾਈਂਡ ਕਰ ਲਿਓ। ਰੈਜ਼ਿਸਟੈਂਸ ਦਾ ਪੋਟੈਂਸ਼ੀਅਲ ਨਾਲ ਤੇ ਕਰੰਟ ਦੇ ਨਾਲ ਕੋਈ ਸੰਬੰਧ ਨਹੀਂ ਹੈ। ਰੈਜ਼ਿਸਟੈਂਸ ਕੀ 'ਤੇ ਡਿਪੈਂਡ ਕਰਦੀ ਆ? ਰੈਜ਼ਿਸਟੈਂਸ ਡਿਪੈਂਡ ਕਰਦੀ ਆ ਲੈਂਥ ਆਫ ਦੀ ਕੰਡਕਟਰ 'ਤੇ, ਡਿਪੈਂਡ ਕਰਦੀ ਆ ਇਨਵਰਸਲੀ ਪ੍ਰੋਪੋਰਸ਼ਨਲ ਟੂ ਏਰੀਆ ਆਫ ਦੀ ਕੰਡਕਟਰ। ਇਹ ਵੀ ਹੁਣੇ ਡਿਸਕਸ ਕਰਦੇ ਆ ਵੀ ਕਿਵੇਂ ਆਇਆ। ਪੜ੍ਹ ਤਾਂ ਤੁਹਾਨੂੰ ਕਿਤਾਬਾਂ ਸਾਰਿਆਂ 'ਚ ਇਹੀ ਲਿਖਿਆ ਹੋਊਗਾ, ਪਰ ਆਇਆ ਕਿਵੇਂ? ਐਕਸਪੈਰੀਮੈਂਟਲੀ ਆਇਆ। ਕਿਵੇਂ ਆਇਆ? ਦੇਖੋ, ਇੱਕ ਛੋਟਾ ਜਿਹਾ ਪੀਸ ਲੈ ਲਈਏ ਕੰਡਕਟਰ ਦਾ, ਇੱਕ ਮੈਟਲ ਦਾ ਪੀਸ ਲੈ ਲਿਆ ਜੀ। ਮੈਟਲ ਦੇ ਪੀਸ ਤੋਂ ਆ ਜਿਹੜਾ ਮੈਟਲ ਦਾ ਪੀਸ ਅਸੀਂ ਕੰਸੀਡਰ ਕੀਤਾ, ਸਪੋਜ਼ ਕਰ ਲਈਏ ਇਹਦੀ ਲੈਂਥ L ਆ ਤੇ ਏਰੀਆ ਆਫ ਕ੍ਰਾਸ ਸੈਕਸ਼ਨ ਇਹ ਹੈ। ਜੇਕਰ ਇਹਦੇ ਵਿੱਚ ਕਰੰਟ ਲੰਘ ਰਿਹਾ I, ਸਪੋਜ਼ ਕਰ ਲਈਏ ਕਰੰਟ ਲੰਘ ਰਿਹਾ ਇਹਦੇ ਵਿੱਚ I, ਤੇ ਪੋਟੈਂਸ਼ੀਅਲ ਡਿਫਰੈਂਸ ਹੋਏਗਾ V। ਇਹ ਅਸੀਂ ਸਪੋਜ਼ ਕਰ ਲਿਆ। ਹੁਣ ਮੈਂ ਕੀ ਕਰਦਾ, ਇਹਦੇ ਨਾਲ ਜਿਹੜਾ ਮੈਂ ਆਹ ਪੀਸ ਕੰਸੀਡਰ ਕੀਤਾ ਸੀ, ਇਹਦੇ ਨਾਲ ਇੰਨੀ ਹੀ ਲੈਂਥ ਦਾ ਹੋਰ ਪੀਸ ਇਹਦੇ ਸਾਹਮਣੇ ਇੱਥੇ ਹੋਰ ਲਾ ਦਿੰਦਾ।
ਉਨੀ ਵੀ ਲੈਂਥ ਦਾ ਪੀਸ, ਇਹਦੀ ਵੀ ਲੈਂਥ ਐਲ ਆ, ਇਹਦੀ ਵੀ ਲੈਂਥ ਐਲ ਆ। ਪੋਟੈਂਸ਼ੀਅਲ ਡਿਫਰੈਂਸ ਜੇ ਇਹਦੇ ਵਿੱਚ ਵੀ ਸੀਗਾ, ਇਹਦੇ ਵਿੱਚ ਵੀ ਵੀ ਆ, ਤੇ ਕਰੰਟ ਕਿਉਂਕਿ ਜੇ ਪੋਟੈਂਸ਼ੀਅਲ ਡਿਫਰੈਂਸ ਵੀ ਆ ਦੈਨ ਕਰੰਟ ਵਿਲ ਵੀ ਆਈ ਫਰੋਮ ਬੋਥ ਦੀ ਪੀਸਿਸ। ਸੋ ਦੋਨੇ ਮੈਟਲ ਦੇ ਪੀਸ ਇੱਦਾਂ ਲਾਤੇ। ਪੋਟੈਂਸ਼ੀਅਲ ਡਿਫਰੈਂਸ ਇਹਦੇ ਕ੍ਰੋਸ ਵੀ ਆ, ਇਹਦੇ ਕ੍ਰੋਸ ਵੀ ਆ। ਲੈਂਥ ਕਿੰਨੀ ਹੋ ਗਈ ਟੋਟਲ 2L ਹੋ ਗਈ। ਤਾਂ ਇਹਦਾ ਮਤਲਬ ਜੇਕਰ ਹੁਣ ਲੈਂਥ ਸਾਡੀ ਦੁੱਗਣੀ ਕਰਤੀ ਤਾਂ ਅਸੀਂ ਦੇਖੀਏ ਕੀ ਫਰਕ ਪੈਂਦਾ। ਪੋਟੈਂਸ਼ੀਅਲ ਦੋਨਾਂ ਦਾ ਜੋੜ ਕੇ ਆ ਗਿਆ 2 ਵੋਲਟ, ਕਰੰਟ ਦੋਨਾਂ ਦੇ ਵਿੱਚੋਂ ਦੀ ਸੇਮ ਲੰਘੂਗਾ, ਕਰੰਟ ਇਜ਼ ਆਈ, ਵਾਟ ਇਟ ਵਿਲ ਬੀ ਅਕੋਰਡਿੰਗ ਟੂ ਦਿਸ ਰਿਲੇਸ਼ਨ। ਸੋ ਆਰ ਕਿਹਦੇ ਬਰਾਬਰ ਆ ਗਿਆ, ਪੋਟੈਂਸ਼ੀਅਲ ਸਾਡੇ ਕੋਲ ਹੈ 2 ਵੋਲਟ, ਕਰੰਟ ਹੈ ਸਾਡੇ ਕੋਲ ਆਈ, ਤੋ ਇਹਦਾ ਮਤਲਬ 2 × V/IR ਬਣ ਗਿਆ। ਜਿਹੜੀ ਨਵੀਂ ਆਰ ਹੋਏਗੀ ਉਹ ਸਾਡੇ ਕੋਲੇ ਦੁੱਗਣੀ ਹੋ ਜਾਏਗੀ। ਮਤਲਬ ਕਹਿਣ ਦਾ ਜੇ ਅਸੀਂ ਲੈਂਥ ਦੁੱਗਣੀ ਕਰਤੀ ਤਾਂ ਰੈਜ਼ਿਸਟੈਂਸ ਵੀ ਕੀ ਹੋ ਗਈ, ਦੁੱਗਣੀ ਹੋ ਗਈ। ਇਸ ਕਰਕੇ ਸਾਡੇ ਕੋਲੇ ਆ ਗਿਆ R ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ L। ਹੁਣ ਅਸੀਂ ਕੀ ਕਰਦੇ ਹਾਂ, ਹੁਣ ਜਿਹੜਾ ਅਸੀਂ ਕੰਡਕਟਰ ਮੰਨਿਆ ਸੀ ਆਪਾਂ ਇਸੇ ਸੇਮ ਲੈਂਥ ਦਾ, ਇਹਨੂੰ ਮੈਂ ਵਿਚਾਲਿਓਂ ਕੱਟ ਕਰਤਾ ਜੀ, ਅੱਧਾ ਵੱਢਤਾ, 2 ਹਿੱਸਿਆਂ ਡਿਵਾਈਡ ਕਰਤਾ। ਜੇ 2 ਹਿੱਸਿਆਂ ਡਿਵਾਈਡ ਕਰਤਾ ਕਿਉਂਕਿ ਕਰੰਟ ਹੈਗਾ ਮੋਸ਼ਨ ਆਫ ਦੀ ਚਾਰਜਸ, ਤਾਂ ਚਾਰਜ ਵੀ ਵੰਡੇ ਗਏ, ਅੱਧੇ ਉੱਪਰਲੇ ਪਾਸੇ ਆ ਗਏ, ਅੱਧੇ ਥੱਲੇਲੇ ਪਾਸੇ ਆ ਗਏ। ਉੱਪਰਲੇ ਦਾ ਏਰੀਆ A/2, ਥੱਲੇਲੇ ਦਾ ਏਰੀਆ A/2 ਹੋ ਗਿਆ। 2 ਹਿੱਸਿਆਂ 'ਚ ਵੰਡ ਲਿਆ। ਲੈਂਥ ਪਰ ਦੋਨਾਂ ਦੀ ਸੇਮ ਆ, ਪੋਟੈਂਸ਼ੀਅਲ ਡਿਫਰੈਂਸ ਵੀ ਸੇਮ ਆ। ਕਰੰਟ ਕਿੰਨਾ ਹੋ ਜਾਊਗਾ ਜੀ, ਅੱਧਾ ਹੋ ਜਾਊਗਾ, ਕਿਉਂਕਿ ਕਰੰਟ ਉੱਪਰਲੇ ਅੱਧ 'ਚ ਜਿੰਨੇ ਚਾਰਜ ਉੱਪਰਲੇ 'ਚ ਹੋਣਗੇ ਉਹ ਚੱਲਣਗੇ, ਥੱਲੇਲੇ ਅੱਧ ਵਾਲੇ ਥੱਲੇਲੇ 'ਚ ਚੱਲਣਗੇ। ਇਸ ਕਰਕੇ ਕਰੰਟ ਵਿਲ ਵੀ ਹਾਫ। ਤੋ ਵਾਟ ਵਿਲ ਬੀ ਨਿਊ ਰੈਜ਼ਿਸਟੈਂਸ, ਨਿਊ ਰੈਜ਼ਿਸਟੈਂਸ ਵਿਲ ਬੀ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਇਹਦੇ ਵਿੱਚ ਦੀ 20 ਤੇ ਕਰੰਟ ਕਿੰਨਾ, ਅੱਧਾ ਰਹਿ ਗਿਆ। ਸੋ 2 ਉੱਪਰ ਚਲੇ ਗਿਆ ਮੇਰੇ ਕੋਲੇ 2V/I। ਸੋ ਇਹਦਾ ਮਤਲਬ ਰੈਜ਼ਿਸਟੈਂਸ ਫਿਰ ਦੁੱਗਣੀ ਹੋ ਗਈ। ਕਾਹਦੇ ਨਾਲ ਦੁੱਗਣੀ ਹੋਈ, ਏਰੀਆ ਨੂੰ ਅੱਧੇ ਕਰਨ ਨਾਲ। ਤੋ ਇਹਦਾ ਮਤਲਬ ਇਹ ਹੋਇਆ ਵੀ ਰੈਜ਼ਿਸਟੈਂਸ ਡਬਲ ਵੱਧ ਗਈ, ਏਰੀਆ ਜਦੋਂ ਅੱਧਾ ਕੀਤਾ। ਇਸ ਕਰਕੇ ਰੈਜ਼ਿਸਟੈਂਸ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਏਰੀਆ ਆਫ ਦੀ ਕੰਡਕਟਰ। ਇਹ ਇੱਦਾਂ ਆਉਂਦਾ। ਹੁਣ ਇਹਨਾਂ ਦੋਨਾਂ ਕੇਸਿਸ ਤੋਂ ਜੇ ਇਹਨੂੰ ਪਹਿਲਾਂ ਮੰਨ ਲਈਏ, ਇਹਨੂੰ ਦੂਜਾ ਮੰਨ ਲਈਏ, ਤਾਂ ਦੋਨਾਂ ਨੂੰ ਕੰਬਾਈਨ ਕਰ ਦਈਏ ਤਾਂ R ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ L/A, ਇਨਵਰਸਲੀ ਪ੍ਰੋਪੋਰਸ਼ਨਲ ਟੂ ਲੈਂਥ, ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਲੈਂਥ, ਇਨਵਰਸਲੀ ਪ੍ਰੋਪੋਰਸ਼ਨਲ ਟੂ ਏਰੀਆ ਆਫ ਦੀ ਕ੍ਰੋਸ ਸੈਕਸ਼ਨ ਆਫ ਦੀ ਕੰਡਕਟਰ। ਕੰਡਕਟਰ ਇਹ ਕੋਈ ਡਿਫਰੈਂਟ ਨਹੀਂ ਗਾ, ਤਾਰ ਹੀ ਆ ਸਾਡੀ ਜਿਹਨੂੰ ਮੈਂ ਵੱਡਾ ਕਰਕੇ ਬਣਾਇਆ। ਸੋ ਇਹਨੂੰ ਮੈਂ ਲਿਖ ਲੈਂਦਾ, ਹੁਣ ਪ੍ਰੋਪੋਰਸ਼ਨੈਲਿਟੀ ਸਾਈਨ ਹਟਾ ਦਈਏ। ਦਿਸ ਇਜ਼ ਰੋ ਇਜ਼ ਦੀ ਰੈਜ਼ਿਸਟਿਵਿਟੀ ਆਫ ਦੀ। ਪਾਇਆ ਕਿ ਮੈਂ ਦੇਖੋ ਇੱਥੋਂ ਸ਼ੁਰੂ ਕੀਤਾ, ਇੱਥੋਂ ਸ਼ੁਰੂ ਕਰਕੇ ਇੱਦਾਂ ਲਿਖਿਆ, ਇਹਨੂੰ P ਤੋਂ ਡਿਫਰੈਂਟ ਪਾਉਣਾ ਹੈ L/A, ਵੇਅਰ ਰੋ ਇਜ਼ ਦੀ ਰੈਜ਼ਿਸਟਿਵਿਟੀ ਆਫ ਦੀ ਕੰਡਕਟਰ। ਰੈਜ਼ਿਸਟਿਵਿਟੀ ਆਫ ਦੀ ਕੰਡਕਟਰ, ਰੈਜ਼ਿਸਟਿਵਿਟੀ ਦਾ ਕੀ ਮਤਲਬ ਆ, ਰੈਜ਼ਿਸਟੈਂਸ ਪਰ ਯੂਨਿਟ ਲੈਂਥ। ਸੋ ਜੇਕਰ ਹੁਣ ਸਾਡੇ ਕੋਲੇ R ਆ ਗਿਆ ρL/A, ਤਾਂ ਇਹ ਵੈਲਿਊ ਅਸੀਂ ਇਸ ਰਿਲੇਸ਼ਨ 'ਚ ਪੁੱਟ ਕਰੀਏ। ਇਸ ਰਿਲੇਸ਼ਨ ਤੋਂ ਸਾਡੇ ਕੋਲੇ V ਕਿਹਦੇ ਬਰਾਬਰ ਆ ਜਾਏਗਾ, V ਇਜ਼ IR। ਸੋ V I × R, I ρL/A। ਹੁਣ ਦੇਖੀਏ ਵੀ ਸਾਡੇ ਕੋਲੇ ਕਰੰਟ ਓਵਰ ਏਰੀਆ, ਇਹਨੂੰ ਇੱਧਰਲੇ ਪਾਸੇ ਲਿਖ ਲਿਆ, × ρ × L। ਕਰੰਟ ਓਵਰ ਏਰੀਆ ਆਫ ਕ੍ਰੋਸ ਸੈਕਸ਼ਨ, what it will be, it will be the current density, current density of the conductor। ਇਹਨੂੰ ਅਸੀਂ ਕਹਿੰਦੇ ਆ small j। So J is the current density and it is equal to current per unit area of the cross section। ਜੇਕਰ J current density ਆ, ρ ਸਾਡੇ ਕੋਲੇ ਇਲੈਕਟ੍ਰੀਕਲ ਰੈਜ਼ਿਸਟਿਵਿਟੀ ਆ, L is the length of the conductor। ਤਾਂ ਹੁਣ ਅਸੀਂ ਇਹ ਦੇਖੀਏ, ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਵੀ ਇਲੈਕਟ੍ਰਿਕ ਫੀਲਡ ਇਜ਼ ਇਕੁਅਲ ਟੂ ਪੋਟੈਂਸ਼ੀਅਲ ਅਪੋਨ ਲੈਂਥ। ਸੋ ਇਲੈਕਟ੍ਰਿਕ ਫੀਲਡ ਨੂੰ ਅਸੀਂ ਕਿਉਂਕਿ ਨੈਗੇਟਿਵ ਗ੍ਰੇਡੀਅੰਟ ਆਫ ਪੋਟੈਂਸ਼ੀਅਲ ਲਿਖ ਲੈਂਦੇ ਹਾਂ, ਉੱਥੇ ਨੈਗੇਟਿਵ ਸਾਈਨ ਹੁੰਦਾ ਸਾਡੇ ਕੋਲੇ, ਬਿਕੋਜ਼ L ਇਨਕਰੀਜ਼ ਕਰਦੇ ਆ ਤਾਂ ਇਲੈਕਟ੍ਰਿਕ ਫੀਲਡ ਡਿਕਰੀਜ਼ ਕਰਦਾ। ਸੋ ਇਸ ਕਰਕੇ ਪੋਟੈਂਸ਼ੀਅਲ ਅਪੋਨ ਡਿਸਟੈਂਸ, ਤੋ ਇੱਥੋਂ ਮੈਂ ਕਹਿ ਦਿੰਦਾ V ਇਜ਼ ਇਕੁਅਲ ਟੂ E × L। ਸੋ ਆ ਮੇਰੇ ਕੋਲੇ E × L, V ਦੀ ਜਗ੍ਹਾ ਤੇ ਲਿਖਦਾ, ਤਾਂ V ਦੀ ਜਗ੍ਹਾ ਤੇ ਆ ਗਿਆ E × L ਇਕੁਅਲ ਟੂ J ρ × L। L ਮੇਰੀ ਕੈਂਸਲ ਹੋ ਜਾਏਗੀ, ਤਾਂ E ਮੇਰੇ ਕੋਲੇ ਇਲੈਕਟ੍ਰਿਕ ਫੀਲਡ ਕਿੰਨਾ ਆ ਗਿਆ, ਕਰੰਟ ਡੈਂਸਿਟੀ × ਰੈਜ਼ਿਸਟਿਵਿਟੀ। ਰੈਜ਼ਿਸਟਿਵਿਟੀ ਦਾ ਰੈਸੀਪ੍ਰੋਕਲ ਆ ਜੋ, ਉਹ ਅਸੀਂ ਇੱਕ ਚੀਜ਼ ਡਿਫਾਈਨ ਕਰਦੇ ਹਾਂ ਜਿਹਨੂੰ ਅਸੀਂ ਕੰਡਕਟਿਵਿਟੀ ਕਹਿ ਦਿੰਦੇ ਹਾਂ।
एंड इट इज़ इक्वल टू कंडक्टिविटी इज़ इक्वल टू 1 ओवर रेजिस्टिविटी। तो जे इत्थे रेजिस्टिविटी आ तो मैं इहनूं की लिख सकदा, जे इक्वल टू सिग्मा इंटू ई। सिग्मा इज़ दी कंडक्टिविटी ऑफ द कंडक्टर विच इज़ कंडक्टेंस पर यूनिट लेंथ ऑफ द कंडक्टर। सो ये चीज़ां आपां पढ़ीआं। हुण असीं ये देख लिया भी रेजिस्टेंस किते डिपेंड करदी है। रेजिस्टेंस डिपेंड करदी है लेंथ ऑफ द कंडक्टर ते एरिया ऑफ क्रॉस सैक्शन ते। सिमिलरली जिहड़ी रेजिस्टिविटी आ, रेजिस्टिविटी भी साडे कोले नेचर ऑफ द मटीरीअल ते डिपेंड करदी है। मटीरीअल किहड़ी नेचर दा, उहदे विच नंबर ऑफ चार्जिस किन्ने ने, फ्री इलैक्ट्रॉन्स किन्ने ने। तो इस तरीके नाल आपां ये जो ओम्स ला इहनूं कीता, इत्थों असीं ये दस सकते हैं भी रेजिस्टिविटी किस चीज़ नाल वधूगी, लेंथ ते एरिया ऑफ क्रॉस सैक्शन दे चेंज करन दे नाल वधूगी तां घटूगी। हुण इसे करके जेकर हाई वोल्टेज दीयां तारां दे विचों दी ज़्यादा करंट भेजना होवे तां उहदा एरिया ऑफ क्रॉस सैक्शन ज़्यादा रखिया जाऊगा, सो एज टू हैव मिनीमम रेजिस्टेंस। तो तारां मोटियां होणगीਆਂ, पर जिन्नी तार की लंबाई वधाई जाओगे उन्नी रेजिस्टेंस इनक्रीज़ होई जाएगी। इसे करके ਜਦੋਂ किते भी जनरेटर वगैरह लगाए जाते आ तो वह नेड़े लाने पैंदे आ जिथे तुसीं बिजली यूज़ करनी आ। जिन्नी तुसीं दूर लेंथ करी जाओगे तार की रेजिस्टेंस उन्नी इनक्रीज़ होई जाएगी। रेजिस्टिविटी नूं एक बारी थोड़ा जिहा ध्यान नाल समझ लीए। जिहड़ी रेजिस्टिविटी आ, इट इज़ दी रेजिस्टेंस पर यूनिट लेंथ ऑफ द कंडक्टर। ये यूनिट लेंथ की रेजिस्टेंस आ, तो इस करके ये लेंथ ते तो डिपेंड ही नहीं करती, ना ही एरिया ऑफ क्रॉस सैक्शन ते डिपेंड करती है। ये डिपेंड करती है नेचर ऑफ द सबसटेंस, किहड़ा मैटल यूज़ किया गया, उहदे विच फ्री चार्जिस किन्ने आ, नंबर ऑफ इलैक्ट्रॉन्स किन्ने ने। सो उन्हां चीज़ां ते डिपेंड करती है। तो इसलिए ध्यान रखना है रेजिस्टेंस किते डिपेंड करती है, लेंथ ते एरिया ऑफ क्रॉस सैक्शन मतलब डिमेंशनस ऑफ द कंडक्टर ते। नो डाउट रेजिस्टेंस मटीरीअल ते भी डिपेंड करती है, पर रेजिस्टिविटी डिपेंड्स अपॉन दी नेचर ऑफ द मटीरीअल ओनली। सो इस करके इन्हां चीज़ों का ध्यान रखिए तो यह बड़ा ही ईजी तुसीं ग्रास्प कर सकते हो। सो इनू 2-4 बारी लिख के देख लियो, तो मैनूं उम्मीद आ भी तुहानूं यह याद हो जाएगा। तो ये बेस के उत्ते न्यूमैरिकल्स आ जिहड़े वो भी इस तरीके नाल आपां करने ने। इन्हां चीज़ों नूं ध्यान विच रखते हुए भी लेंथ दे वधण नाल ते एरिया ऑफ क्रॉस सैक्शन वधण दे नाल दो कंडक्टर्स नूं आपस में जोड़न दे नाल की गल्लां दा फर्क पएगा, एरिया ऑफ क्रॉस सैक्शन अद्धा करन दे नाल की फर्क पएगा। सो इस तरह के न्यूमैरिकल ये आउंदे आम तौर के उत्ते बोर्ड दे विच। सो मैनूं उम्मीद आ भी अज दा लैक्चर तुहानूं समझ लग गया होएगा। तो थैंक यू वेरी मच फॉर अटेंडिंग द लैक्चर एंड हैव ए नाइस डे।